जिंदगी में वो लोग सफल होते हैं जिनकी किस्मत अच्छी होती है, लेकिन वो लोग महान होते हैं जिनकी लगन अच्छी होती है। टुडे वी विल डिस्कस द न्यू टॉपिक गुड पर्सनैलिटी। हाउ टू लुक अट्रैक्टिव पर्सनैलिटी। प्रभावशाली शख्सियत ਦੇ ਮਾਲਕ ਕਿਵੇਂ ਬਣੀਏ। ਕੁਝ ਲੋਕ ਅਜਿਹੇ ਹੁੰਦੇ ਹਨ ਜੋ ਲੋਕਾਂ ਵਿੱਚ ਘੁਲ ਮਿਲ ਨਹੀਂ ਸਕਦੇ, ਇਕੱਲੇ ਰਹਿੰਦੇ ਹਨ। ਉਹਨਾਂ ਨੂੰ ਲੱਗਦਾ ਹੈ ਕਿ ਲੋਕ ਉਹਨਾਂ ਨੂੰ ਪਸੰਦ ਨਹੀਂ ਕਰਦੇ। ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਅਸੀਂ ਚੰਗੇ ਨਹੀਂ ਹਾਂ। ਉਹ ਜ਼ਿਆਦਾ ਦੋਸਤ ਨਹੀਂ ਬਣਾ ਪਾਉਂਦੇ। ਉਹਨਾਂ ਨੂੰ ਲੱਗਦਾ ਹੈ ਕਿ ਉਹ ਪ੍ਰਭਾਵਸ਼ਾਲੀ ਸ਼ਖਸੀਅਤ ਦੇ ਮਾਲਕ ਨਹੀਂ ਹਨ। ਇੱਥੇ ਅਸੀਂ ਕੁਝ ਛੋਟੀਆਂ ਗਲਤੀਆਂ ਕਰ ਜਾਂਦੇ ਹਾਂ, ਜਿਸ ਕਾਰਨ ਅਜਿਹਾ ਮਹਿਸੂਸ ਹੁੰਦਾ ਹੈ, ਜਿਸ ਦੀ ਵਜ੍ਹਾ ਨਾਲ ਨਾ ਤਾਂ ਅਸੀਂ ਖੁਦ ਕੌਨਫੀਡੈਂਟ ਰਹਿੰਦੇ ਹਾਂ ਅਤੇ ਨਾ ਹੀ ਸਾਡੀ ਪਰਸਨੈਲਿਟੀ ਦਾ ਪ੍ਰਭਾਵ ਦੂਜਿਆਂ 'ਤੇ ਵਧੀਆ ਪੈਂਦਾ ਹੈ। ਅਜਿਹੀਆਂ ਹੀ ਕੁਝ ਛੋਟੀਆਂ ਗੱਲਾਂ ਹਨ। ਜੇਕਰ ਅਸੀਂ ਉਹਨਾਂ ਨੂੰ ਸਿੱਖ ਲਈਏ ਤਾਂ ਅਸੀਂ ਹਰ ਇੱਕ ਨੂੰ ਆਪਣੀ ਸ਼ਖਸੀਅਤ ਨਾਲ ਪ੍ਰਭਾਵਿਤ ਕਰ ਸਕਦੇ ਹਾਂ, ਚਾਹੇ ਉਹ ਸਾਡਾ ਪਰਿਵਾਰ ਹੋਵੇ, ਦੋਸਤ ਹੋਣ, ਰਿਸ਼ਤੇਦਾਰ ਹੋਣ। ਹਰ ਕਿਸੇ 'ਤੇ ਤੁਹਾਡਾ ਇੱਕ ਖਾਸ ਪ੍ਰਭਾਵ ਪਵੇਗਾ, ਕਿਉਂਕਿ ਕੀਮਤ ਇਨਸਾਨ ਦੀ ਨਹੀਂ ਹੁੰਦੀ, ਉਸ ਦੇ ਗੁਣਾਂ ਦੀ ਹੁੰਦੀ ਹੈ, ਉਸ ਦੀ ਸਮਝ ਦੀ ਹੁੰਦੀ ਹੈ। ਸੋ ਇੱਥੇ ਹੁਣ ਅਸੀਂ ਕੁਝ ਅਜਿਹੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜੋ ਤੁਹਾਡੀ ਪਰਸਨੈਲਿਟੀ ਨੂੰ ਪੂਰੀ ਤਰ੍ਹਾਂ ਚੇਂਜ ਕਰ ਸਕਦੀਆਂ ਹਨ ਅਤੇ ਤੁਹਾਨੂੰ ਇੱਕ ਪ੍ਰਭਾਵਸ਼ਾਲੀ ਵਿਅਕਤੀ ਬਣਾ ਸਕਦੀਆਂ ਹਨ। ਤੁਸੀਂ ਜਿੱਥੇ ਵੀ ਰਹੋ, ਜਿੱਥੇ ਵੀ ਜਾਵੋ, ਤੁਹਾਡੀ ਸ਼ਖਸੀਅਤ ਹਰ ਇੱਕ ਨੂੰ ਪ੍ਰਭਾਵਿਤ ਕਰੇਗੀ। So now we will discuss the first point. Number 1, ਦੂਸਰੇ ਦੀਆਂ ਗੱਲਾਂ ਨੂੰ ਸੁਣਨਾ ਅਤੇ ਸਮਝਣਾ ਸਿੱਖੋ। ਲੋਕ ਅਕਸਰ ਇਹੀ ਗਲਤੀ ਕਰਦੇ ਹਨ ਕਿ ਉਹ ਸਿਰਫ ਆਪਣੀ ਹੀ ਗੱਲ ਦੂਜੇ ਨੂੰ ਸੁਣਾਉਣਾ ਅਤੇ ਮਨਵਾਉਣਾ ਚਾਹੁੰਦੇ ਹਨ, ਕਿਸੇ ਦੀ ਬਿਲਕੁਲ ਨਹੀਂ ਸੁਣਦੇ। ਹਰ ਕੋਈ ਆਪਣੀ ਹੀ ਗੱਲ 'ਤੇ ਫੋਕਸ ਕਰਦਾ ਹੈ, ਕਿਉਂਕਿ ਜਿੰਨੀ ਦੇਰ ਤੱਕ ਅਸੀਂ ਪਹਿਲਾਂ ਕਿਸੇ ਦੀ ਗੱਲ ਨੂੰ ਧਿਆਨ ਨਾਲ ਨਹੀਂ ਸੁਣਾਂਗੇ, ਨਹੀਂ ਸਮਝਾਂਗੇ, ਸਾਡੀ ਉਸ ਵਿਅਕਤੀ ਨਾਲ ਅੰਡਰਸਟੈਂਡਿੰਗ ਹੋਵੇਗੀ ਹੀ ਨਹੀਂ। ਜਿੰਨੀ ਦੇਰ ਤੱਕ ਅਸੀਂ ਕਿਸੇ ਦੂਸਰੇ ਦੀ ਗੱਲ ਨੂੰ ਸੁਣਾਂਗੇ ਨਹੀਂ, ਸਮਝਾਂਗੇ ਨਹੀਂ, ਓਨੀ ਦੇਰ ਮਿਊਚੁਅਲ ਰਿਲੇਸ਼ਨਸ਼ਿਪ ਮਜ਼ਬੂਤ ਨਹੀਂ ਹੁੰਦੇ, ਕਿਉਂਕਿ ਅਸੀਂ ਵੀ ਤਾਂ ਅਜਿਹਾ ਹੀ ਚਾਹੁੰਦੇ ਹਾਂ ਕਿ ਕੋਈ ਸਾਡੀ ਗੱਲ ਨੂੰ ਧਿਆਨ ਨਾਲ ਸੁਣੇ ਅਤੇ ਸਮਝੇ। ਸੋ ਅਜਿਹੇ ਵਿਅਕਤੀ ਨੂੰ ਕੋਈ ਵੀ ਪਸੰਦ ਨਹੀਂ ਕਰਦਾ। ਹਰ ਬੰਦਾ ਅਜਿਹੇ ਵਿਅਕਤੀ ਤੋਂ ਕੰਨੀ ਕਤਰਾਉਂਦਾ ਹੈ, ਉਸ ਤੋਂ ਸਭ ਭੱਜਦੇ ਹਨ। ਸੋ ਜੋ ਵਿਅਕਤੀ ਹਮੇਸ਼ਾ ਕਿਸੇ ਦੂਸਰੇ ਦੀ ਗੱਲ ਨੂੰ ਧਿਆਨ ਨਾਲ ਸੁਣਦੇ ਅਤੇ ਸਮਝਦੇ ਹਨ, ਲੋਕ ਉਸ ਦੇ ਨੇੜੇ ਆਉਂਦੇ ਹਨ, ਉਸ ਵੱਲ ਆਕਰਸ਼ਿਤ ਹੁੰਦੇ ਹਨ। ਅਜਿਹੇ ਵਿਅਕਤੀ ਦੀ ਸ਼ਖਸੀਅਤ ਦਾ ਹਮੇਸ਼ਾ ਦੂਸਰੇ 'ਤੇ ਵਧੀਆ ਪ੍ਰਭਾਵ ਪੈਂਦਾ ਹੈ। ਅਜਿਹੇ ਵਿਅਕਤੀ ਦੂਸਰੇ ਦੇ ਦਿਲ ਵਿੱਚ ਵਧੀਆ ਜਗ੍ਹਾ ਬਣਾ ਲੈਂਦੇ ਹਨ। ਹਰੇਕ ਆਪਣੇ ਦਿਲ ਦੀ ਗੱਲ ਉਸ ਵਿਅਕਤੀ ਨਾਲ ਸ਼ੇਅਰ ਕਰੇਗਾ। ਸੋ ਅਜਿਹੇ ਵਿਅਕਤੀ ਦੀ ਪਰਸਨੈਲਿਟੀ ਆਪਣੇ ਆਪ ਦੂਜੇ ਨੂੰ ਪ੍ਰਭਾਵਿਤ ਕਰੇਗੀ। ਇਸ ਲਈ ਅਜਿਹੀ ਸ਼ਖਸੀਅਤ ਦੇ ਮਾਲਕ ਬਣੋ। ਨੰਬਰ 2, ਪ੍ਰਸ਼ੰਸਾ ਕਰਨੀ, ਸਿਫਤ ਕਰਨੀ ਸਿੱਖੋ। ਹਰੇਕ ਯੋਗ ਵਿਅਕਤੀ ਦੀ ਪ੍ਰਸ਼ੰਸਾ, ਸਿਫਤ ਸਲਾਹ ਕਰਨੀ ਸਿੱਖੋ। ਉਸ ਦੇ ਚਿਹਰੇ 'ਤੇ ਖੁਸ਼ੀ ਆ ਜਾਵੇਗੀ। ਆਪਣੇ ਬਾਰੇ ਚੰਗਾ ਸੁਣਨਾ ਹਰੇਕ ਨੂੰ ਚੰਗਾ ਲੱਗਦਾ ਹੈ।
ਜੇਕਰ ਕਿਸੇ ਨੇ ਕੋਈ ਚੰਗਾ ਕੰਮ ਕੀਤਾ ਹੈ ਤਾਂ ਉਸ ਦੀ ਪ੍ਰਸ਼ੰਸਾ ਕਰਨੀ ਨਾ ਭੁੱਲੋ, ਉਸ ਦਾ ਧੰਨਵਾਦ ਕਰੋ। ਤੁਹਾਡੀ ਥੋੜ੍ਹੀ ਜਿਹੀ ਪ੍ਰਸ਼ੰਸਾ ਸਿਫਤ ਉਸ ਨੂੰ ਹੋਰ ਜ਼ਿੰਮੇਵਾਰ ਅਤੇ ਯੋਗ ਇਨਸਾਨ ਬਣਾਏਗੀ। ਇਹ ਕੰਮ ਆਪਣੇ ਘਰ ਪਰਿਵਾਰ, ਰਿਸ਼ਤੇਦਾਰਾਂ, ਦੋਸਤਾਂ ਮਿੱਤਰਾਂ ਤੋਂ ਸ਼ੁਰੂ ਕਰੋ। ਇਹ ਛੋਟੀਆਂ-ਛੋਟੀਆਂ ਗੱਲਾਂ ਰਿਸ਼ਤੇਦਾਰੀ, ਦੋਸਤੀ ਵਿੱਚ ਮਧੁਰਤਾ, ਪਿਆਰ ਅਤੇ ਖੂਬਸੂਰਤੀ ਭਰ ਦਿੰਦੀਆਂ ਹਨ। ਇਹ ਗੱਲਾਂ ਤੁਹਾਡੀ ਆਪਣੀ ਜ਼ਿੰਦਗੀ ਵਿੱਚ ਵੀ ਮਧੁਰਤਾ ਲਿਆਉਂਦੀਆਂ ਹਨ। ਜੋ ਇਨਸਾਨ ਕਿਸੇ ਦੂਸਰੇ ਦੀ ਪ੍ਰਸ਼ੰਸਾ ਕਰਦਾ ਹੈ ਉਹ ਹਰੇਕ ਨੂੰ ਚੰਗਾ ਲੱਗਦਾ ਹੈ। ਲੋਕ ਉਸ ਨੂੰ ਪਸੰਦ ਕਰਦੇ ਹਨ। ਉਸ ਦੀ ਇਮੇਜ ਹਰ ਇੱਕ ਦੇ ਮਨ ਵਿੱਚ ਵਧੀਆ ਬਣ ਜਾਂਦੀ ਹੈ। ਜੋ ਇਨਸਾਨ ਦੂਜੇ ਦੇ ਬਾਰੇ ਵਿੱਚ ਵਧੀਆ ਬੋਲਦਾ ਹੈ ਉਹ ਹਰੇਕ ਦਾ ਮਨ ਜਿੱਤ ਲੈਂਦਾ ਹੈ। ਜੋ ਇਨਸਾਨ ਦੂਸਰਿਆਂ ਦੀ ਹਮੇਸ਼ਾ ਬੁਰਾਈ ਹੀ ਕਰਦਾ ਹੈ, ਲੋਕ ਉਸ ਨੂੰ ਬਿਲਕੁਲ ਪਸੰਦ ਨਹੀਂ ਕਰਦੇ, ਉਸ ਤੋਂ ਦੂਰ ਭੱਜਦੇ ਹਨ। ਹਰ ਕੋਈ ਕਹਿੰਦਾ ਹੈ ਕਿ ਅਜਿਹੇ ਇਨਸਾਨ ਦੀਆਂ ਗੱਲਾਂ ਸੁਣ ਕੇ ਤਾਂ ਮੂਡ ਹੀ ਖਰਾਬ ਹੋ ਜਾਂਦਾ ਹੈ। ਇਸ ਲਈ ਅਜਿਹੀ ਪਰਸਨੈਲਿਟੀ ਨਾ ਬਣਾਓ, ਬਲਕਿ ਅਜਿਹੀ ਪਰਸਨੈਲਿਟੀ ਬਣਾਓ ਕਿ ਲੋਕ ਤੁਹਾਡੇ ਨਜ਼ਦੀਕ ਆਉਣ, ਲੋਕ ਤੁਹਾਨੂੰ ਪਸੰਦ ਕਰਨ। ਇਸ ਲਈ ਪ੍ਰਸ਼ੰਸਾ ਕਰਨੀ ਸਿੱਖੋ। ਇੱਥੇ ਪ੍ਰਸ਼ੰਸਾ ਦਾ ਮਤਲਬ ਚਾਪਲੂਸੀ ਨਹੀਂ ਹੈ। ਕਿਸੇ ਵੀ ਕਿਸਮ ਦੀ ਚਾਪਲੂਸੀ ਨਹੀਂ ਕਰਨੀ। ਬਿਨਾਂ ਵਜ੍ਹਾ ਕਿਸੇ ਦੀ ਝੂਠੀ ਤਾਰੀਫ ਜਾਂ ਪ੍ਰਸ਼ੰਸਾ ਨਹੀਂ ਕਰਨੀ। ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਤੁਸੀਂ ਕਦੀ ਵੀ ਚੰਗੀ ਸ਼ਖਸੀਅਤ ਦੇ ਮਾਲਕ ਨਹੀਂ ਬਣ ਸਕਦੇ, ਕਿਉਂਕਿ ਝੂਠੀ ਪ੍ਰਸ਼ੰਸਾ ਦੀ ਝਲਕ ਸਾਫ਼ ਦਿਖਾਈ ਦਿੰਦੀ ਹੈ। ਇਸ ਲਈ ਜੋ ਪ੍ਰਸ਼ੰਸਾ ਦੇ ਕਾਬਿਲ ਹੈ, ਯੋਗ ਹੈ, ਉਸ ਦੀ ਜ਼ਰੂਰ ਕਰੋ। ਨੰਬਰ 3, ਹਸਮੁਖ ਸੁਭਾਅ। ਤੀਸਰੀ ਗੱਲ ਜੋ ਸਾਨੂੰ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ ਉਹ ਹੈ ਸਾਡਾ ਹਸਮੁਖ ਸੁਭਾਅ। ਇਸ ਲਈ ਜਦੋਂ ਵੀ ਤੁਸੀਂ ਕਿਸੇ ਨੂੰ ਮਿਲੋ ਹਮੇਸ਼ਾ ਹਸਮੁਖ ਹੋ ਕੇ ਹੀ ਮਿਲੋ, ਕਿਉਂਕਿ ਉਦਾਸ ਚਿਹਰਾ, ਲਟਕਿਆ ਹੋਇਆ ਚਿਹਰਾ, ਗੁੱਸੇ ਵਾਲਾ ਸੁਭਾਅ ਕਿਸੇ ਨੂੰ ਵੀ ਪਸੰਦ ਨਹੀਂ ਹੁੰਦਾ। ਅਜਿਹੀ ਸ਼ਖਸੀਅਤ ਕਿਸੇ ਨੂੰ ਵੀ ਪ੍ਰਭਾਵਿਤ ਨਹੀਂ ਕਰ ਸਕਦੀ, ਕਿਉਂਕਿ ਹਸਮੁਖ ਅਤੇ ਪਿਆਰਾ ਚਿਹਰਾ ਹੀ ਹਰ ਇੱਕ ਨੂੰ ਪ੍ਰਭਾਵਿਤ ਕਰਦਾ ਹੈ। ਜੋ ਕੰਮ ਜਾਂ ਮਸਲੇ ਦਾ ਹੱਲ ਪਿਆਰ ਨਾਲ ਹੁੰਦਾ ਹੈ ਉਹ ਕਦੀ ਵੀ ਗੁੱਸੇ ਨਾਲ ਨਹੀਂ ਹੁੰਦਾ, ਕਿਉਂਕਿ ਹਰ ਹਸਮੁਖ ਇਨਸਾਨ ਹੀ ਕਿਸੇ ਉਦਾਸ ਮਨੁੱਖ ਨੂੰ ਹਸਾ ਸਕਦਾ ਹੈ, ਪਿਆਰ ਦੇ ਸਕਦਾ ਹੈ। ਅਜਿਹੇ ਮਨੁੱਖ ਦਾ ਆਪਣਾ ਆਲਾ ਦੁਆਲਾ ਵੀ ਹਮੇਸ਼ਾ ਹੀ ਵਧੀਆ ਹੋ ਜਾਂਦਾ ਹੈ। ਅਜਿਹਾ ਇਨਸਾਨ ਜਿੱਥੇ ਵੀ ਜਾਵੇਗਾ ਲੋਕ ਉਸ ਨੂੰ ਪਿਆਰ ਅਤੇ ਸਤਿਕਾਰ ਦੇਣਗੇ, ਲੋਕ ਉਸ ਨੂੰ ਪਸੰਦ ਕਰਨਗੇ। ਉਦਾਸ ਮਨੁੱਖ ਤੋਂ ਹਰ ਕੋਈ ਕੰਨੀ ਕਤਰਾਉਂਦਾ ਹੈ, ਲੋਕ ਦੂਰ ਭੱਜਦੇ ਹਨ। ਇਸ ਲਈ ਜਿੰਨਾ ਹੋ ਸਕੇ ਪ੍ਰਸੰਨ ਰਹਿਣਾ ਸਿੱਖੋ। ਖੁਸ਼ ਰਹਿਣਾ ਚਾਹੀਦਾ ਹੈ। ਜੇਕਰ ਤੁਸੀਂ ਖੁਸ਼ ਰਹੋਗੇ ਤਾਂ ਤੁਹਾਡੇ ਨਾਲ ਜੁੜੇ ਲੋਕ ਵੀ ਪ੍ਰਸੰਨ ਅਤੇ ਖੁਸ਼ ਰਹਿਣਗੇ। ਇਸ ਨਾਲ ਤੁਹਾਡੀ ਸ਼ਖਸੀਅਤ ਹੋਰ ਵੀ ਨਿਖਰੇਗੀ ਅਤੇ ਤੁਸੀਂ ਵਧੀਆ ਅਤੇ ਪ੍ਰਭਾਵਸ਼ਾਲੀ ਸ਼ਖਸੀਅਤ ਦੇ ਮਾਲਕ ਕਹਾਓਗੇ। ਨੰਬਰ 4, ਡਰ ਅਤੇ ਝਿਜਕ ਨਾ ਰੱਖੋ, ਆਤਮ ਵਿਸ਼ਵਾਸ ਰੱਖੋ। ਆਪਣੇ ਮਨ ਵਿੱਚ ਕਦੀ ਵੀ ਡਰ ਅਤੇ ਝਿਜਕ ਨਾ ਰੱਖੋ। ਹਮੇਸ਼ਾ ਆਤਮ ਵਿਸ਼ਵਾਸ ਨਾਲ ਭਰੇ ਰਹੋ। ਜੋ ਵਿਅਕਤੀ ਆਪ ਹੀ ਹਰ ਜਗ੍ਹਾ ਡਰਦੇ ਅਤੇ ਝਿਜਕਦੇ ਰਹਿੰਦੇ ਹਨ ਉਹ ਕਿਸੇ ਦੂਸਰੇ ਨੂੰ ਵੀ ਪ੍ਰਭਾਵਿਤ ਨਹੀਂ ਕਰ ਸਕਦੇ। ਕਦੀ ਵੀ ਆਪਣੇ ਆਪ ਨੂੰ ਕਿਸੇ ਦੂਜੇ ਨਾਲ ਕੰਪੇਅਰ ਕਰਕੇ ਘੱਟ ਨਾ ਸਮਝੋ। ਆਪ ਜਿਹੋ ਜਿਹੇ ਵੀ ਹੋ ਆਪਣੇ ਬਾਰੇ ਹਮੇਸ਼ਾ ਪੋਜ਼ੀਟਿਵ ਹੀ ਸੋਚੋ। ਤੁਹਾਡੀ ਆਪਣੀ ਸੋਚ ਹੀ ਤੁਹਾਡੀ ਸ਼ਖਸੀਅਤ ਦਾ ਨਿਰਮਾਣ ਕਰਦੀ ਹੈ। ਤੁਹਾਡਾ ਆਪਣੇ ਆਪ ਨੂੰ ਚੰਗਾ ਲੱਗਣਾ ਬਹੁਤ ਹੀ ਜ਼ਰੂਰੀ ਹੈ। ਤੁਸੀਂ ਜਿਹੋ ਜਿਹੇ ਵੀ ਹੋ ਬਹੁਤ ਵਧੀਆ ਹੋ। ਆਪਣੇ ਆਪ ਨੂੰ ਕਿਸੇ ਤੋਂ ਘੱਟ ਸਮਝ ਕੇ ਆਪਣਾ ਆਤਮ ਵਿਸ਼ਵਾਸ ਲੂਜ਼ ਨਾ ਕਰੋ।
ਜੇਕਰ ਤੁਸੀਂ ਆਪ ਹੀ ਡਰ ਅਤੇ ਝਿਜਕ ਤੋਂ ਮੁਕਤ ਨਹੀਂ ਹੋ ਤਾਂ ਲੋਕ ਤੁਹਾਡੇ ਤੋਂ ਕਿੱਥੋਂ ਪ੍ਰਭਾਵਿਤ ਹੋਣਗੇ। ਇੱਕ ਕੌਨਫੀਡੈਂਟ ਇਨਸਾਨ ਜਿੱਥੇ ਵੀ ਜਾਂਦਾ ਹੈ ਲੋਕ ਉਸ ਵੱਲ ਖਿੱਚੇ ਚਲੇ ਆਉਂਦੇ ਹਨ। ਸੋ ਤੁਹਾਡਾ ਆਤਮ ਵਿਸ਼ਵਾਸ ਹੀ ਤੁਹਾਡੀ ਸ਼ਖਸੀਅਤ ਨੂੰ ਚਾਰ ਚੰਨ ਲਗਾਏਗਾ। ਨੰਬਰ 5, ਕਿਸੇ ਨੂੰ ਕੁਝ ਦੇਣਾ ਸਿੱਖੋ। ਪੰਜਵੀਂ ਗੱਲ ਜਿਹੜੀ ਕਿ ਅਸੀਂ ਹਮੇਸ਼ਾ ਭੁੱਲ ਜਾਂਦੇ ਹਾਂ ਉਹ ਹੈ ਕਿਸੇ ਨੂੰ ਕੁਝ ਦੇਣਾ ਸਿੱਖੋ। ਅਸੀਂ ਹਮੇਸ਼ਾ ਦੂਸਰੇ ਤੋਂ ਕੁਝ ਮੰਗਣ ਦੀ ਉਮੀਦ ਹੀ ਰੱਖਦੇ ਹਾਂ, ਆਪ ਕਿਸੇ ਨੂੰ ਕੁਝ ਨਹੀਂ ਦਿੰਦੇ। ਹਰ ਵਕਤ ਕਿਸੇ ਤੋਂ ਕੁਝ ਮੰਗਣ ਦੀ ਉਮੀਦ ਰੱਖਣ ਨਾਲ ਅਸੀਂ ਕਮਜ਼ੋਰ ਹੋ ਜਾਂਦੇ ਹਾਂ, ਚਾਹੇ ਉਹ ਕਿਸੇ ਤੋਂ ਸਹਾਇਤਾ ਹੋਵੇ, ਧਿਆਨ ਹੋਵੇ, ਧਨ ਦੌਲਤ ਹੋਵੇ, ਸਮਾਂ ਹੋਵੇ। ਸੋ ਕੋਸ਼ਿਸ਼ ਕਰੋ ਕਿ ਬਿਨਾਂ ਮਤਲਬ ਕਿਸੇ ਤੋਂ ਕੋਈ ਚੀਜ਼ ਨਾ ਮੰਗੋ, ਸਗੋਂ ਦੇਣ ਵਾਲਿਆਂ ਦੀ ਕਤਾਰ ਵਿੱਚ ਖੜ੍ਹੇ ਹੋਵੋ। ਤੁਹਾਡੇ ਹੱਥ ਕਿਸੇ ਦੀ ਸਹਾਇਤਾ ਕਰਨ ਲਈ ਅੱਗੇ ਆਉਣੇ ਚਾਹੀਦੇ ਹਨ। ਬਿਨਾਂ ਕਿਸੇ ਦੇਰੀ ਦੇ ਹਮੇਸ਼ਾ ਦੇਣ ਵਿੱਚ ਪਹਿਲ ਕਰੋ। ਕੁਝ ਲੋਕ ਸੋਚਦੇ ਹਨ ਕਿ ਉਹਨਾਂ ਕੋਲ ਇੰਨੀ ਧਨ ਦੌਲਤ ਨਹੀਂ ਹੈ, ਉਹ ਕੀ ਦੇਣ। ਦੇਣ ਨੂੰ ਬਹੁਤ ਕੁਝ ਹੈ, ਤੁਹਾਡਾ ਕੀਮਤੀ ਸਮਾਂ, ਸਹਾਇਤਾ, ਸਹਿਯੋਗ, ਪਿਆਰ, ਸਤਿਕਾਰ ਆਦਿ। ਇਸ ਲਈ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਇੱਕ ਪ੍ਰਭਾਵਸ਼ਾਲੀ ਸ਼ਖਸੀਅਤ ਦੇ ਮਾਲਕ ਬਣੋ ਤਾਂ ਆਪਣੇ ਸੁਭਾਅ ਵਿੱਚ ਮੰਗਣ ਦੀ ਆਦਤ ਛੱਡ ਕੇ ਕੁਝ ਦੂਜਿਆਂ ਨੂੰ ਸਮਰਪਿਤ ਕਰਨ ਦੀ, ਕੁਝ ਦੇਣ ਦੀ ਆਦਤ ਪਾਓ। ਸੋ ਉਪਰੋਕਤ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਅਤੇ ਆਪਣੀ ਡੇਲੀ ਲਾਈਫ ਵਿੱਚ ਇਹਨਾਂ ਨੂੰ ਇੰਪਲੀਮੈਂਟ ਕਰਕੇ ਅਸੀਂ ਅਟਰੈਕਟਿਵ ਪਰਸਨੈਲਿਟੀ ਦੇ ਮਾਲਕ ਬਣ ਸਕਦੇ ਹਾਂ। ਥੈਂਕ ਯੂ।